Welcome to my new video lesson. Well, in this video lesson we are going to discuss about positive negative development essay. So basically it is a type of opinion essay. In this essay type we need to give our opinion that whether we think that the given statement has various sort of positive aspects or it has more negative aspects, or we can say it has both positive as well negative aspects. The meaning of this thing is that we can attempt the positive and negative development essay in three various ways. We can say it that a given essay statement or a given is entirely a positive approach. So if we say it as a entirely positive approach, in that case we just need to discuss its positive impacts in both body paragraph, BP1 as well as in BP2. Because अगर हम इसको ये बोल रहे हैं कि ये पॉजिटिव अप्रोच है, एक पॉजिटिव डेवलपमेंट है, then it means कि ਆਪਾਂ ਸੈਕਿੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਵੀ ਇਹਦੇ ਪੋਜ਼ਿਟਿਵ ਇੰਪੈਕਟਸ ਹੀ ਡਿਸਕਸ ਕਰਾਂਗੇ. ਵੀ ਡੂ ਨਾਟ ਨੀਡ ਟੂ ਡਿਸਕਸ ਐਨੀਥਿੰਗ ਅਬਾਊਟ ਦੀ ਨੈਗੇਟਿਵ ਐਸਪੈਕਟਸ ਬਿਕੋਜ਼ ਵੀ ਆਰ ਗੋਇੰਗ ਸਿੰਗਲ ਸਾਈਡਡ, ਵੀ ਆਰ ਫੋਲੋਇੰਗ ਦੀ ਅਪਰੋਚ ਆਫ ਸਿੰਗਲ ਸਾਈਡਡ. ਸੋ ਉਹਦੇ ਵਿੱਚ ਫਿਰ ਆਪਾਂ ਨੂੰ ਇਹ ਚੀਜ਼ ਕਰਨੀ ਪੈਣੀ ਹੈ, ਆਪਾਂ ਸਿਰਫ ਤੇ ਸਿਰਫ ਉਹਦੇ ਪੋਜ਼ਿਟਿਵ ਐਸਪੈਕਟਸ ਦੱਸਾਂਗੇ. ਸੋ ਦਿਸ ਇਜ਼ ਦੀ ਵਨ ਮੈਥਡ ਟੂ ਅਟੈਂਪਟ ਦੀ ਪੋਜ਼ਿਟਿਵ ਐਂਡ ਨੈਗੇਟਿਵ ਡਿਵੈਲਪਮੈਂਟ ਐਸੇ. ਐਂਡ ਕਈ ਵਾਰੀ ਆਪਣੇ ਕੋਲੇ ਜੋ ਐਸੇ ਸਟੇਟਮੈਂਟ ਹੁੰਦੀ ਆ ਉਹਦੇ ਨੈਗੇਟਿਵ ਇੰਪੈਕਟਸ ਬਹੁਤ ਜ਼ਿਆਦਾ ਹੁੰਦੇ ਨੇ. ਸੋ ਇਟ ਇਜ਼ ਬੈਟਰ ਕਿ ਫਿਰ ਉਹਨੂੰ ਆਪਾਂ ਸਿੰਗਲ ਸਾਈਡਡ ਅਪਰੋਚ ਲੈ ਕੇ ਹੀ ਚੱਲੀਏ. ਆਪਾਂ ਉਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇੰਟਾਇਰਲੀ ਨੈਗੇਟਿਵ ਅਪਰੋਚ ਆ. ਸੋ ਉਹਦੇ ਵਿੱਚ ਫਿਰ ਆਪਾਂ ਜਸਟ ਉਸਦੇ ਨੈਗੇਟਿਵ ਇੰਪੈਕਟਸ ਹੀ ਡਿਸਕਸ ਕਰਾਂਗੇ ਇਨ ਬੋਥ ਬੋਡੀ ਪੈਰਾਗ੍ਰਾਫਸ, ਇਨ BP1 ਐਜ਼ ਵੈਲ ਐਜ਼ ਇਨ BP2 ਆਲਸੋ. ਐਂਡ ਵਨ ਮੋਰ ਥਿੰਗ, ਅਗਰ ਆਪਾਂ ਇੰਟਰੋਡਕਸ਼ਨ 'ਚ ਆਪਣੇ ਓਪੀਨੀਅਨ 'ਚ ਇਹ ਚੀਜ਼ ਲਿਖ ਰਹੇ ਹਾਂ ਕਿ ਅਸੀਂ ਇੱਕ ਸਿੰਗਲ ਸਾਈਡ ਜਾ ਰਹੇ ਹਾਂ, ਦੈਟ ਆਈ ਥਿੰਕ ਇਟ ਐਜ਼ ਅ ਇੰਟਾਇਰਲੀ ਅ ਪੋਜ਼ਿਟਿਵ ਡਿਵੈਲਪਮੈਂਟ or I consider it as an entirely a negative development, it means ਤੁਸੀਂ ਆਪਣੇ opinion ਤੇ stick ਹੋ ਕੇ ਰਹਿਣਾ. ਤੁਸੀਂ BP1 ਤੇ BP2 ਦੇ ਵਿੱਚ ਵੀ ਉਹੀ ਚੀਜ਼ ਨੂੰ reiterate ਕਰਨਾ. ਅਗਰ ਤੁਸੀਂ ਕਹਿ ਰਹੇ ਹੋ ਕਿ ਇੱਕ ਪੂਰੀ ਤਰ੍ਹਾਂ positive approach ਹੈ ਤਾਂ ਦੋਨੋਂ BP 'ਚ positive ਵਾਲੇ ਹੀ ideas discuss ਕਰਨੇ ਆ. ਅਗਰ ਤੁਸੀਂ ਕਹੋਗੇ ਕਿ ਪੂਰੀ ਤਰ੍ਹਾਂ ਇੱਕ ਨੈਗੇਟਿਵ ਡਿਵੈਲਪਮੈਂਟ ਹੈ ਤਾਂ ਆਪਾਂ ਦੋਨੋਂ BP ਦੇ ਵਿੱਚ ਸਿਰਫ ਤੇ ਸਿਰਫ ਨੈਗੇਟਿਵ ਵਾਲੇ ਐਸਪੈਕਟਸ ਹੀ ਡਿਸਕਸ ਕਰਨੇ ਆ. ਨਾਓ ਜੋ ਆਪਣੇ ਕੋਲੇ ਥਰਡ ਵੇ ਆ ਪੋਜ਼ਿਟਿਵ ਨੈਗੇਟਿਵ ਡਿਵੈਲਪਮੈਂਟ ਐਸੇ ਨੂੰ ਸਟਾਰਟ ਕਰਨ ਦਾ, ਉਹਦੇ ਵਿੱਚ ਹੁੰਦੀ ਹੈ ਬੈਲੈਂਸਡ ਅਪਰੋਚ. ਕਿਉਂਕਿ ਕਈ ਵਾਰੀ ਆਪਾਂ ਨੂੰ ਕੁਝ ਐਸੇਜ਼ ਇਸ ਵੇ ਦੇ ਨਾਲ ਦਿੱਤੇ ਜਾਂਦੇ ਆ ਜਿਹਦੇ ਆਪਾਂ ਨੂੰ ਲੱਗਦਾ ਹੈ ਕਿ ਹਾਂਜੀ ਇਸ ਚੀਜ਼ ਦੇ ਪੋਜ਼ਿਟਿਵ ਇਫੈਕਟਸ ਵੀ ਪੈ ਰਹੇ ਆ ਐਂਡ ਇਸ ਚੀਜ਼ ਦੇ ਨੈਗੇਟਿਵ ਇੰਪੈਕਟਸ ਵੀ ਪੈ ਰਹੇ ਆ. ਫੋਰ ਐਗਜ਼ਾਮਪਲ ਜਿਵੇਂ ਆਪਾਂ ਇੰਟਰਨੈਟ ਦੀ ਗੱਲ ਕਰ ਲਈਏ ਕਿ ਨਾਊਅਡੇਜ਼ ਇੰਟਰਨੈਟ ਇਜ਼ ਯੂਜ਼ਡ ਇਨ ਸਕੂਲ ਪ੍ਰੀਮਾਈਸਿਸ. ਡੂ ਯੂ ਥਿੰਕ ਇਟ ਇਜ਼ ਅ ਪੋਜ਼ਿਟਿਵ ਡਿਵੈਲਪਮੈਂਟ ਔਰ ਨੈਗੇਟਿਵ ਡਿਵੈਲਪਮੈਂਟ? ਹੁਣ ਇੰਟਰਨੈਟ ਦਾ ਯੂਜ਼ ਕਰਨਾ ਸਕੂਲ ਦੇ ਵਿੱਚ ਇਹਦੇ ਦੋਨੋਂ ਇੰਪੈਕਟਸ ਪੈਂਦੇ ਨੇ, ਪੋਜ਼ਿਟਿਵ ਵੀ ਆਉਂਦੇ ਨੇ ਸੋ ਨੈਗੇਟਿਵ ਵੀ ਆਉਂਦੇ ਨੇ. ਇਨ ਦੈਟ ਕੇਸ ਆਪਾਂ ਕਿਹੜੀ ਅਪਰੋਚ ਫੋਲੋ ਕਰ ਸਕਦੇ ਹਾਂ? ਬੈਲੈਂਸਡ ਅਪਰੋਚ. ਸੋ ਉਹਦੇ ਵਿੱਚ ਆਪਾਂ ਕੀ ਕਵਾਂਗੇ ਕਿ ਇਹਦੇ ਪੋਜ਼ਿਟਿਵ ਇੰਪੈਕਟਸ ਵੀ ਨੇ ਤੇ ਇਹਦੇ ਨੈਗੇਟਿਵ ਇੰਪੈਕਟਸ ਵੀ ਨੇ. ਇਟ ਮੀਨਸ ਆਪਾਂ BP1 ਦੇ ਵਿੱਚ ਉਹਦੇ ਪੋਜ਼ਿਟਿਵ ਥਿੰਗਸ ਨੂੰ ਡਿਸਕਸ ਕਰ ਲਾਂਗੇ ਐਂਡ BP2 ਦੇ ਵਿੱਚ ਆਪਾਂ ਉਹਦੀਆਂ ਨੈਗੇਟਿਵ ਥਿੰਗਸ ਨੂੰ ਡਿਸਕਸ ਕਰ ਲਾਂਗੇ. ਅਗੇਨ ਦਾ ਥਿੰਗ ਮੈਟਰ ਇਜ਼ ਯੂਰ ਓਪੀਨੀਅਨ. ਅਗਰ ਤੁਸੀਂ ਇੰਟਰੋਡਕਸ਼ਨ 'ਚ ਲਿਖ ਰਹੇ ਹੋ ਕਿ ਹਾਂਜੀ ਬੈਲੈਂਸਡ ਅਪਰੋਚ ਲੈ ਕੇ ਲਿਖ ਰਹੇ ਹੋ ਕਿ ਆਈ ਥਿੰਕ ਇਟ ਹੈਜ਼ ਸਰਟਨ ਪੋਜ਼ਿਟਿਵ ਇੰਪੈਕਟਸ, ਆਈ ਆਲਸੋ ਕੰਸੀਡਰ ਇਟ ਐਜ਼ ਅ ਨੈਗੇਟਿਵ ਡਿਵੈਲਪਮੈਂਟ. ਮਤਲਬ ਆਪਾਂ ਦੋਨੋਂ ਸਾਈਡ ਅਪਰੋਚ ਵਿਊ ਆਪਣਾ ਦੇ ਰਹੇ ਹਾਂ. ਇਟ ਮੀਨਸ ਫਿਰ ਆਪਾਂ BP1 'ਚ ਉਹਦੇ ਪੋਜ਼ਿਟਿਵ ਡਿਸਕਸ ਕਰਾਂਗੇ ਐਂਡ BP2 'ਚ ਆਪਾਂ ਉਹਦੇ ਨੈਗੇਟਿਵ ਡਿਸਕਸ ਕਰਾਂਗੇ. ਸੋ ਇੱਕ ਬੇਸਿਕ ਓਵਰਵਿਊ ਸੀਗਾ ਕਿ ਕਿਵੇਂ ਆਪਾਂ ਪੋਜ਼ਿਟਿਵ ਨੈਗੇਟਿਵ ਡਿਵੈਲਪਮੈਂਟ ਨੂੰ ਤਿੰਨੋਂ ਅਪਰੋਚਸ 'ਚ ਕਰ ਸਕਦੇ ਹਾਂ. ਹੁਣ ਆਪਾਂ ਇੰਟਰੋਡਕਸ਼ਨ ਦੀ ਫਾਰਮੇਸ਼ਨ ਦੇਖਾਂਗੇ ਕਿ ਹਾਂਜੀ ਪੋਜ਼ਿਟਿਵ ਦੇ ਵਿੱਚ ਆਪਾਂ ਇੰਟਰੋਡਕਸ਼ਨ ਨੂੰ ਕਿਵੇਂ ਫਾਰਮ ਕਰਨਾ, ਨੈਗੇਟਿਵ ਅਗਰ ਜਾਣਦੇ ਆਪਾਂ ਟੋਟਲੀ ਉਸ ਵੇ ਦੇ ਵਿੱਚ ਆਪਾਂ ਇੰਟਰੋਡਕਸ਼ਨ ਨੂੰ ਕਿਵੇਂ ਫਾਰਮ ਕਰਨਾ, ਐਂਡ ਅਗਰ ਬੈਲੈਂਸਡ ਅਪਰੋਚ ਜਾਣਦੇ ਤਾਂ ਆਪਾਂ ਉਸ ਵੇ ਦੇ ਵਿੱਚ ਇੰਟਰੋਡਕਸ਼ਨ ਨੂੰ ਕਿਵੇਂ ਫਾਰਮ ਕਰਨਾ. ਨਾਓ ਫਸਟ ਆਫ ਆਲ ਵੀ ਸਟਾਰਟ ਵਿਦ ਦੀ ਪੋਜ਼ਿਟਿਵ ਅਪਰੋਚ ਕਿ ਅਗਰ ਆਪਾਂ ਪੂਰੀ ਤਰ੍ਹਾਂ ਕਹਿ ਦਿੰਦੇ ਹਾਂ ਕਿ ਕੰਪਲੀਟਲੀ ਔਰ ਇੰਟਾਇਰਲੀ ਕੀ ਹੈ ਇੱਕ ਪੋਜ਼ਿਟਿਵ ਡਿਵੈਲਪਮੈਂਟ ਆ ਤਾਂ ਉਸ ਵੇ ਦੇ ਵਿੱਚ ਆਪਾਂ ਜੋ ਆਪਣੀ ਇੰਟਰੋਡਕਸ਼ਨ ਆ ਉਹ ਕਿਸ ਵੇ ਨਾਲ ਫਾਰਮ ਕਰਨੀ ਆ. ਸੋ ਬੇਸਿਕਲੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦੀ ਹਾਂ ਕਿ ਇੰਟਰੋਡਕਸ਼ਨ ਲਈ ਆਪਾਂ ਸਿਰਫ ਤੇ ਸਿਰਫ 2 ਸੈਂਟੈਂਸਸ ਹੀ ਬਣਾਉਣੇ ਆ. ਇੰਟਰੋਡਕਸ਼ਨ ਦੀ ਫਰਸਟ ਜੋ ਸਟੇਟਮੈਂਟ ਆ, ਜੋ ਫਰਸਟ ਸੈਂਟੈਂਸ ਬਣੇਗਾ ਉਹਦੇ ਵਿੱਚ ਆਪਾਂ ਜੋ ਗਿਵਨ ਐਸੇ ਸਟੇਟਮੈਂਟ ਆ ਉਹਨੂੰ ਆਪਣੇ ਵਰਡਸ 'ਚ ਰੀਫਰੇਜ਼ ਕਰਕੇ ਲਿਖਾਂਗੇ. ਵੀ ਨੀਡ ਟੂ ਰੀਫਰੇਜ਼ the given essay statement in our own word, and in the second statement we have to give the answer that whether we think that it is an entirely positive approach or it is entirely a negative approach. So now without any delay let's start.
फर्स्ट ऑफ ऑल आप बच्चे देखते हैं कि पॉजिटिव डिवेलपमेंट अगर आप कहने हैं दैट इट इज इंटायरली अ पॉजिटिव डिवेलपमेंट, in that case how we can attempt our essay. So introduction किवें form करांगे. Basically whenever the examiner is giving you positive and negative development essay, then he or she giving you on the truth fact, that will be a true fact, because if it is a true, only then we can tell about its positive as well as negative impact. So we can start our introduction by writing it is true that, or instead of true we can also write irrefutable that. Afterwards you need to rephrase your given essay statement, rephrase it in your own words. So जो भी ਤੁਹਾਡੇ ਕੋਲ statement ਦਿੱਤੀ ਹੋਏਗੀ essay ਦੀ, ਉਹਨੂੰ ਆਪਾਂ ਆਪਣੇ ਖੁਦ ਦੇ words ਚ change ਕਰਨਾ ਹੈ. So by this you got your first sentence of introduction. In the second sentence we can say that I consider it as entirely a positive trend. We can write the word trend, we can write the word development, we can write the word approach. So ਤੁਸੀਂ ਤਿੰਨੋਂ words नहीं लिखने इकट्ठे. I am just giving you the options that what things you can write instead of development. You can say that it is a positive trend, you can say that it is a positive development. I consider it as entirely a positive approach due to following reasons that we are going to explain in our body paragraphs. So this is a very simple format. You do not need to have, or you do not need to write a more fancy words which makes your essay little bit clumsy. So just focus on the two, or practice on forming the two sentences introduction for your essays. So this is the format how you can write for a positive, if you are saying it as entirely a positive trend. So if you want to say it as a negative development, so there is just a little bit change. Instead of writing a positive one, we can say that it is entirely a negative trend or negative development or negative approach. बाकी जो भी attention है positive ते negative दी, अगर आप single side जाने हैं, वो almost पूरी completely same रहती है. जो अपना change आंदा सिर्फ ते सिर्फ किस चीज़ आंदा, positive and negative दा. If we are saying it as a positive, then ਆਪਾਂ ਨੂੰ ਦੋਨੋਂ BP ਦੇ ਵਿੱਚ ਉਹਦੇ positive impacts ਹੀ discuss ਕਰਨੇ ਆ. And if we are saying it as a negative trend or negative approach, then we have to discuss only about its negative impacts. So now coming to the linkers, what sort of linkers we can use for the paragraph starting if we are going, or if we are following single-sided approach. For BP1 you can start with either writing to begin with, or you can say to commence with. You can use any linker from these two for starting your BP1 if you are following single-sided approach. For BP2 you can use linker additionally, or you can use linker furthermore, or instead of furthermore you can also write in addition to this. Because we are just stating the same positive or negative impacts in our BP2, so we started our BP2 by using these linkers: additionally, furthermore and in addition to this. You can choose any one from these three for your BP2 paragraph starting, and you can choose any one from these two for your starting of BP1. So this is about the linkers, and again in the conclusion you have to reiterate your opinion that I consider, or in my opinion I think this development is completely a negative trend. You can say right in these words. So this is the basic format that how you can form your introduction for single-sided view, that if you are saying it completely as a negative trend or completely as a positive trend. So now our third approach is balanced approach.
So things are little bit more complicated for the balanced approach. I'm using the word complicated just because of students, because sometimes students are not enough clear that they just start their essay by writing in a balanced approach, but then when they come to the body paragraph they just state their one-sided approach. That is a very wrong thing. If the thing or the opinion that you wrote in your introduction, it is compulsory that you must stick on that opinion. Do not change your opinion in your body paragraphs. It will definitely lose your marks. So please, again I am saying it, that stick to your opinion and write it in body paragraphs. So now we just check the introduction format for our balanced approach essay. The first sentence of introduction remains same. We can start it as same as we have started for the single-sided approach. It is true that, or it is irrefutable that. Then you need to rephrase your essay statement in your own words. Then for the balanced approach, we need to discuss both the positive impacts as well as the negative impacts. So we have to give our opinion 2 times. So we start our answer line by using although. After although, we need to give our opinion. Although I think that there are various positive impacts exist of, then you need to introduce topic. Okay, जो भी ਜਿਹੜੇ ਵੀ ਟੌਪਿਕ ਤੇ ਆਪਾਂ ਨੂੰ ਐਸੇ ਦਿੱਤਾ ਹੋਏਗਾ ਆਪਾਂ ਉਹਦੀ ਇੱਥੇ ਇੰਟਰੋਡਿਊਸ ਕਰ ਦਾਂਗੇ ਵੀ ਹਾਂਜੀ ਕਿਸ ਚੀਜ਼ ਦੇ ਆਪਾਂ ਨੂੰ ਲੱਗਦਾ ਹੈ ਕਿ ਵੇਰੀਅਸ ਪੋਜ਼ਿਟਿਵ ਇੰਪੈਕਟਸ ਨੇ ਜੋ ਐਗਜ਼ਿਸਟ ਕਰਦੇ ਨੇ. ਅਗੇਨ ਫਿਰ ਆਪਾਂ ਓਪੀਨੀਅਨ ਦਵਾਂਗੇ I assert, sorry, I also consider this trend as a negative one. ठीक है जी. सो ਇਹਦੇ ਵਿੱਚ ਦੇਖੋ ਹੁਣ ਆਪਾਂ ਦੋਨੇ ਚੀਜ਼ਾਂ ਨੂੰ ਡਿਸਕਸ ਕਰ ਚੁੱਕੇ ਹਾਂ ਜੀ. I am highlighting the things with blue marker so that you can understand it in more clear way. So ਹੁਣ ਦੇਖੋ balanced approach ਆਪਾਂ ਦੋਨੋਂ ਚੀਜ਼ਾਂ ਨੂੰ ਡਿਸਕਸ ਕਰਤਾ that there are various positive impacts exist of this trend. I also consider this trend as a negative one. Means ਹੁਣ ਇਹਦੇ ਵਿੱਚ ਕੀ ਹੋਏਗਾ ਆਪਾਂ ਦੋਨੋਂ ਚੀਜ਼ਾਂ ਨੂੰ ਡਿਸਕਸ ਕਰਾਂਗੇ the positive impacts ਨੂੰ ਵੀ as well as its negative impacts also. Now for our body paragraph 1 and 2, that what thing you need to write in BP1 and what thing you need to write in BP2, that also depends upon your answer line. Answer line ਦੇ ਵਿੱਚ ਜੋ ਚੀਜ਼ ਤੁਸੀਂ ਪਹਿਲਾਂ ਲਿਖੋਗੇ that comes in your BP1 and the thing that you have wrote later that comes in your BP2. So basically अगर आप इस आंसर लाइन ਨੂੰ जज करिए ਤਾਂ firstly ਆਪਾਂ ਕੀ ਕਿਹਾ positive impacts. It means BP1 ਦੇ ਵਿੱਚ ਆਪਣੇ ਕੋਲੇ ਕੀ ਆਣਗੇ positive trend क्यों आ that thing, and in BP2 we need to write about negative impacts. And the linkers for the balanced approach, for the BP1 we use the linker on the one hand for the starting of BP, and for the BP2 starting we use the linker on the other hand, because we are using two different things. In one BP we are discuss about positive impacts, in another BP we are discuss about its negative impacts. So now this is all about how you have to attempt your positive and negative essay type. We have discussed all the 3 approaches and we have also discussed about the format of how to attempt these particular approaches in this essay type. And now we discuss about certain synonyms that we can use rather than writing it as a positive trend, negative trend again and again. So instead of positive trend, we can use the words positive development. We can write it as a positive approach. We can say positive impacts.
we can say positive aspects, or we can also say it as a constructive approach. So positive trend ਦੇ ਲਈ ਆਪਾਂ ਇਹ word ਵੀ use ਕਰ ਸਕਦੇ ਹਾਂ, constructive approach. So these are the synonyms that we can use instead of repeating positive trend again and again in our essay. And same thing goes with the negative trend. So instead of writing it negative trend again and again in your whole essay, we can say it as a negative development. Negative approach, negative impacts, negative aspects, and again we can say it as a destructive approach. For the positive one we can say constructive approach, and for the negative one we can use the term destructive approach. So these are the certain synonyms that you can use so that you do not repeat the same word again and again in your essay. So this is all about the introduction part of your positive and negative development essay. In our next video we are going to discuss about how to attempt this particular essay. Firstly we do the video of first one-sided approach essay, and in the next video we are going to discuss about double-sided, or we can say balanced approach. Thank you, students.